बेटे गलत गल ना करो, मेरे बैठे आ, देखो देखो गल ये है। नहीं फिल्म उन्हें कोई नहीं सी कीती, लेकिन लिखाउंदी फिल्म स्टार चिंगारी साई। आहो ठीक है बेटे, मगर स्टूडियो की तारीख बैठी है तुहाडे कोल, वाह और तुसी दस रहे हो अंसारी किवें आया। जी मैनू पता किवें आया अंसारी। ये बात ये पहले दिन जिदन आया लंगड़ा के आया, पूछो मुंह ते बैठा जे। वाकया की सी की सी जी? कि मरहूम तारक जवेद बहुत बड़ा फनकार होया, बाद चो अदाकार बन गया और बड़ा बड़ा अदाकार होया जी। बेटे। वो पहले फिल्म सास सी, अच्छा वो फैसलाबाद तो फिल्म बनाने वास्ते लाहौर आया स्टूडियो। अच्छा जी। मैं खुद देखिया। जी जी जी, तुसी ते स्टूडियो तो बूहे तो उठे ही नहीं। अल्लाह तेरी खैर करे बेटे। ਉੱਥੇ ਚਾਹ ਆਉਂਦੀ ਸੀ ਤੁਹਾਡੇ ਵਾਸਤੇ, ਉੱਥੇ ਹੀ ਸਾਰੇ ਲੋਕ ਤੁਹਾਨੂੰ ਮਿਲਣ ਆਉਂਦੇ ਸੀ। आए हाँ जी, तारक जवेद मरहूम जदों आया स्टूडियो फिल्म बनाने वास्ते, जी जी। सिचुएशन फिल्म दी ऐसी सी कि ईद मेले का सैट लगा है, वाह उथे एक मदारी रिछ नचा रही है। सीन देखो कैसा टिपिकल है बेटे। तुसी तो हुण सीधी सीधी अदाकारी करने वाले लोग हो, तो बड़े टिपिकल सीन हुंदे सन। मैनूं बड़ी चंगी तरह याद है, मैं जदों नवां नवां आया, कद मेरा उदों छोटा सी, मेरे को बांदर का रोल कराया सा जी एक डायरेक्टर। अच्छा इसलिए बैठे बैठे इंजन करते रहते हो। बेटे नहीं, उस ਵੇਲੇ प्रॉब्लम ये हुंदी सी कि ये जड़ियां सहूलतां ने जड़ियां अज आराम नाल मिल जांदियां ने, एडी जल्दी मिलदियां नहीं सन। इस गल्लों फिर आर्टिस्ट ही सारे रोल करदे सन। अरे वाह 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 ਜਦੋਂ ਤੁਸੀਂ ਬਾਂਦਰ ਦਾ ਰੋਲ ਕੀਤਾ ਸਰ ਜੀ, ਤੇ ਪਟੂਸੀਆਂ ਵੀ ਮਾਰੀਆਂ ਹੋਣੀਆਂ ਫਿਰ। जाहिर है बेटे, उदों मेरे को पटूसी वज जाती सी, वाह एडी एडी पटूसी मैं मारी है। अरे वाह हुण पटूसी की मारनी है, हुण ते मेरे को बड़क नहीं वजदी। आए सो बेटा वो जिहड़ा सीन सी तारक जवेद मरहूम दी फिल्म दा, ਉਹ ਈਦ ਮੇਲੇ ਵਾਲਾ। ईद मेले वाला, ਉਹਦੇ ਚ ਰਿਛ ਨਚਾ ਰਿਹਾ ਇੱਕ ਮਦਾਰੀ। अच्छा ਤੇ ਉਸ ਇਲਾਕੇ ਦੀ, ਉਸ ਪਿੰਡ ਦੀ ਕਹਿ ਲੋ ਇੱਕ ਕੁੜੀ ਜਿਹੜੀ ਹੈ ਰਿਛ ਦਾ ਤਮਾਸ਼ਾ ਦੇਖ ਰਹੀ ਏ, ਉਹ ਰਿਛ ਨੂੰ ਵੇਖ ਰਹੀ ਹੈ, ਰਿਛ ਉਹਨੂੰ ਦੇਖ ਰਿਹਾ ਹੈ, ਰਿਛ ਉਹਦੇ ਤੇ ਆਸ਼ਕ ਹੋ ਗਿਆ। आए व्हाट अ सब्जेक्ट। ਹੁਣ ਤਾਰਕ ਜਵੇਦ ਮਰਹੂਮ ਜਿਹੜਾ ਸੀ, ਉਹਨੂੰ ਬੜੇ ਚਾਅ ਨਾਲ ਫਿਲਮ ਬਣਾ ਰਿਹਾ ਸੀ। ਉਹਨੇ ਕਿਹਾ ਬਈ ਰਿਛ ਹੋਣਾ ਚਾਹੀਦਾ ਹੈ। ਉਹ ਜਿਹੜਾ ਡਾਇਰੈਕਟਰ ਸੀ ਉਸ ਵੇਲੇ ਨਲਾਇਕ ਆਦਮੀ ਸੀ, ਉਹਨੇ ਕਿਹਾ ਕਿ ਯਾਰ ਅਸਲੀ ਰਿਛ ਨਾ ਲਿਆਓ, ਕਿਧਰੇ ਹੀਰੋਇਨ ਨੂੰ ਕੋ ਖਰੂੰਡਾ ਸ਼ਰੂੰਡਾ ਨਾ ਮਾਰ ਦੇਵੇ। ਤਾਰਕ ਜਵੇਦ ਨੇ ਕਿਹਾ ਨਹੀਂ ਭਾਈ ਨਹੀਂ, ਅਸਲੀ ਰਿਛ ਆਏਗਾ। ਉਹ ਡਾਇਰੈਕਟਰ ਨੇ ਕਿਹਾ ਕਿ ਗੱਲ ਸੁਣੋ, ਅਸੀਂ ਕਾਸਟਿਊਮ ਬਣਵਾਇਆ ਹੈ ਰਿਛ ਦਾ, ਉਹ ਕਾਸਟਿਊਮ ਪਾ ਕੇ ਕੋਈ ਆਰਟਿਸਟ ਰਿਛ ਦਾ ਰੋਲ ਕਰ ਲੇਗਾ। ਤਾਰਕ ਜਵੇਦ ਨੂੰ ਜਦੋਂ ਵਾਕਈ ਮਰਹੂਮ ਨੂੰ ਰਿਛ ਨਹੀਂ ਲੱਭਾ, ਤਾਂ ਉਹਨੇ ਕਿਹਾ ਫਿਰ ਆਰਟਿਸਟ ਕੋ ਐਸਾ ਹੋਣਾ ਚਾਹੀਦਾ ਹੈ ਜਿਹੜਾ ਰਿਛ ਲੱਗੇ। जी ਉਹ ਫਿਰ ਫੈਸਲਾਬਾਦੋਂ ਅੰਸਾਰੀ ਨੂੰ ਲੈ ਕੇ ਆਇਆ। ਅੰਸਾਰੀ ਨੂੰ ਰਿਛ ਦਾ ਕਾਸਟਿਊਮ ਪਵਾ ਕੇ ਉਹਨਾਂ ਨੇ ਰਿਛ ਦਾ ਪਾਠ ਕਰਾਇਆ, ओए 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 ਜਿਹੜਾ ਕਿ ਹੀਰੋਇਨ ਦਾ ਆਸ਼ਕ ਹੋ ਗਿਆ। ਬਸ ਫਿਰ ਅੰਸਾਰੀ ਉਹਦੇ ਇਸ਼ਕ 'ਚ ਐਸਾ ਖੁੱਭਿਆ ਕਿ ਸਾਰੀ ਜ਼ਿੰਦਗੀ ਉਸ ਹੀਰੋਇਨ ਦੇ ਮਗਰ ਮਗਰ ਹੀ ਰਿਹਾ। ਬਸ ਸਾਨੂੰ ਤਾਰੀਖ ਹੀ ਸੁਣਾਈ ਜਾਣਾ, ਕੰਮ ਵੱਲ ਧਿਆਨ ਨਾ ਕਰਨਾ। ਕੀ ਕਹਤਾ ਜੀ ਅੰਸਾਰੀ ਸਾਹਿਬ? ਹੀਰਾ ਸਾਹਿਬ ਨੂੰ ਕੰਮ ਦੇ ਤਾਨੇ ਦੇਣ ਦੇ ਹੋ? ਉਹ ਕੰਮ ਕਰ ਕਰਕੇ ਤੇ ਅੱਜ ਉਹ ਵਿਹਲੇ ਬੈਠੇ ਨੇ। ਹੀਰਾ ਸਾਹਿਬ ਦੀ ਜ਼ਿੰਦਗੀ ਤੇ ਉਹ ਹੋਈ ਏ ਕਿ ਹੀਰਾ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਤੁਸੀਂ ਕਹਿ ਸਕਦੇ ਹੋ ਕਿ काम 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 और नाकाम। ਚੀਤੇ ਬੇਟੇ, ਮੇਰਾ ਖਿਆਲ ਹੈ ਆਖਰੀ ਹਰਫ ਤੁਸੀਂ ਗਲਤ ਕਹਿ ਗਏ ਹੋ। ਬੇਟਾ ਜੀ ਕੰਮ ਤੇ ਇੰਨਾ ਕੀਤਾ ਜੇ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਤੇ ਹਰ ਕੰਮ ਕਰ ਲੈਂਦਾ ਸਾਂ। आए ਸੈੱਟ ਵੀ ਆਪ ਲਾਇਆ ਤੇ ਰੰਗਿਆ ਵੀ ਆਪ ਹੀ। ਅੰਡੋ ਕੋ ਐਸਾ ਡਾਇਰੈਕਟਰ, ਸਾਰੇ ਕੰਮ ਆਪ ਕੀਤੇ ਨੇ। वाह जी वाह ਬਟ ਮੈਂ ਸਟੂਡੀਓ ਦੇ ਫਲੋਰ ਦੇ ਉੱਤੇ ਝਾੜੂ ਵੀ ਫੇਰ ਛੱਡਦਾ, अरे वाह ਔਰ ਕੈਮਰੇ ਤੇ ਖਲੋ ਕੇ ਐਕਸ਼ਨ ਵੀ ਕਹਿ ਦਈਦਾ ਸੀ। क्या बात ਇਹ ਦੇਖੋ ਤੁਸੀਂ ਬੇਟੇ, ਗੱਲ ਇਹ ਵੇ ਕਿ ਅੰਸਾਰੀ ਮੈਨੂੰ ਅੱਜ ਕੰਮ ਦੇ ਤਾਨੇ ਦੇ ਰਿਹਾ ਏ। ਇਹ ਮੈਂ ਇਹ ਗੱਲਾਂ ਇੱਥੇ ਬਹਿ ਕੇ ਕੋਈ ਸ਼ੌਕ ਨਾਲ ਨਹੀਂ ਕਰਦਾ, ਇਹ ਵਰਨਾ ਜਿੱਡਾ ਇਹ ਮਨਹੂਸ ਏ, ਇਹਦੀਆਂ ਗੱਲਾਂ ਸੁਣ ਸੁਣ ਕੇ ਤੇ ਅਸੀਂ ਸੋਚ ਸੋਚ ਕੇ ਹੀ ਪਾਗਲ ਹੋ ਜਾਈਏ। ਬੇਟੇ ਮੈਂ ਤੇ ਉਹ ਬੰਦਾ ਹੋਇਆ ਹੂੰ, ਇੱਕ ਵਾਰੀ ਮੇਰੇ ਸੈੱਟ ਤੇ ਚੌਧਰੀ ਦਾ ਕਰੈਕਟਰ ਬੈਠਾ ਹੈ आए ਤੇ ਡਰੈਸਮੈਨ ਕੋਲ ਪੱਗ ਹੀ ਕੋਈ ਨਹੀਂ। आए आए ਤੁਸੀਂ ਯਕੀਨ ਕਰੋ, ਮੈਂ ਗੁੱਡੀ ਕਾਗਜ਼ ਦੀ ਪੱਗ ਬਣਾ ਕੇ ਚੌਧਰੀ ਦੇ ਸਿਰ ਤੇ ਰੱਖਤੀ। क्या कहने वाह 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 ये भुट्टो ਬਿਲਕੁਲ ਠੀਕ ਕਹਿ ਰਹੀ ਹੈ ਤੂੰ, ਇਹ ਪੁੱਠੋ ਦੇ ਦੌਰ ਦੀ ਗੱਲ ਹੀ। ਐਡੀਆਂ ਤੇਜ਼ੀਆਂ ਤੁਸੀਂ ਮੇਰੀ ਫਿਲਮ ਬਣਾਉਣ ਤੇ ਲਾ ਦਿਓ ਨਾ,
ਤਾਂ ਮੇਰੀ ਫਿਲਮ ਅਸਮਾਨੀ ਭੰਗੂੜੇ ਵਾਂਗੂ ਅਸਮਾਨ ਤੇ ਜਾ ਲੱਗੇ। ਹਾਏ ਅੱਜ ਵੀ ਮਿਸਾਲ ਮੇਲੇ ਦੀ ਦਿੰਦਾ ਜੀ। ਉਲਝਾ ਮੇਲੇ ਨੂੰ ਬੇਟੇ, ਜਿੱਥੇ ਹੀਰੋਇਨ ਨੂੰ ਵੇਖਣ ਵਾਸਤੇ ਕਤਲਮਾ ਖਾਣ ਜਾਂਦਾ ਸੈਂ, ਪਰ ਮੇਲੇ ਚ ਵੜਦਾ ਸੀ ਤੇ ਕਤਲਮੇ ਵਾਲਾ ਲੁੱਡੀਆਂ ਪਾਣ ਲੱਗ ਪੈਂਦਾ, ਕਿਉਂਕਿ ਕਤਲਮਾ ਉਹਦਾ ਉਸ ਗੋਲ ਮੇਜ਼ ਜਿੱਡਾ ਹੁੰਦਾ ਸੀ। ਹਾਏ 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 ਇੱਕ ਕਤਲਮਾ 20 ਗਾਹਕਾਂ ਨੂੰ ਦਿੰਦਾ ਸੀ ਉਹ। ਹਾਏ 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 ਇਹ ਰੱਬ ਦੀ ਰਹਿਮਤ ਨਾਲ ਕੱਲਾ ਹੀ ਗਾਹਕ ਇੱਕੋ ਪੂਰਾ ਕਤਲਮਾ ਲੈ ਜਾਂਦਾ ਸੀ। ਇੱਕ ਵਾਰੀ ਤੇ ਕਤਲਮੇ ਵਾਲੇ ਨੇ ਆਪ ਇਹਨੂੰ ਕਿਹਾ ਕਿ ਭਾਈ ਜੀ ਖਾਣ ਵਾਸਤੇ ਖੜਦੇ ਹੋ ਜਾਂ ਇਹਦੀ ਬੁਕਲ ਮਾਰ ਕੇ ਫਿਰਦੇ ਹੋ। ਸਾਰੀ ਸਾਹਿਬ ਤੇ ਕਤਲਮਾ ਇੰਜ ਖਾਂਦੇ ਨੇ ਜਿਵੇਂ ਸ਼ਾਦੀ ਵਿਆਹ ਦੇ ਟੈਂਟ ਉਤਾਰਨ ਦੇ। ਜੀਤਿਆ ਸਾਡੀ ਫੈਮਿਲੀ ਬਹੁਤ ਵੱਡੀ ਲੰਮੀ ਚੌੜੀ ਸੀ। ਉਹ ਮੈਂ ਸਦਕੇ ਜਾਵਾਂ, ਫੈਮਿਲੀ ਨੂੰ ਸੈੱਟ ਕਰਨ ਵਾਸਤੇ ਹੁਣ ਨਿਕਲਿਆ ਇਸ ਸਰਕਸ ਵਾਲੇ ਦੇਨ ਚੋਂ। ਹਾਏ ਹੁਣ ਬੇਟਾ ਹਕੀਕਤ ਦੀ ਦੁਨੀਆ 'ਚ ਆ, ਹੁਣ ਆਡੀਅנס ਬੜੀ ਫਾਸਟ ਹੋ ਗਈ ਏ। ਹਾਏ ਉਹਨਾਂ ਨੂੰ ਹਕੀਕਤ ਦੇ ਨਜ਼ਦੀਕ ਫਿਲਮ ਬਣਾ ਕੇ ਵਹਾਣੀ ਪੈ ਗਈ। ਕੀ ਬਾਤ ਹੈ। ਇਹ ਹੁਣ ਸਰਕਸਾਂ ਵਾਲੇ ਕੰਮ ਨਹੀਂ ਚੱਲਣੇ। ਹਾਏ ਕੀ ਕਰਾਂ ਮੈਂ ਹਕੀਕਤ ਦੀ ਦੁਨੀਆ ਦੇ ਚ ਆ ਕੇ। ਅੱਜ ਰਾਤੀ ਮੈਂ ਆਪਣੀਆਂ ਸਾਰੀਆਂ ਫਿਲਮਾਂ ਦੇ ਡੱਬੇ ਵੇਖੇ ਨੇ, ਉਹ ਸਾਰੇ ਡੱਬੇ ਰਲਾ ਕੇ ਵੀ ਅੱਧੀ ਫਿਲਮ ਨਹੀਂ ਬਣਦੀ। ਇਹ ਤੇਰਾ ਕੂੜ ਪੁਣਾਏ, ਤੈਨੂੰ ਕੀ ਲੋੜ ਹੈ ਡੱਬੇ ਗਿਣਨ ਦੀ? ਉਹ ਮੇਰੇ ਕੋਲੋਂ ਪੁੱਛ, ਮੈਨੂੰ ਪੋਟਿਆਂ ਤੇ ਯਾਦ ਨੇ ਸਾਰੇ ਡੱਬੇ। ਹਾਏ ਇਹ ਮੈਨੂੰ ਪੁੱਤਰ ਪਤਾ ਕਿਹੜੇ ਡੱਬੇ 'ਚ ਕਿੰਨੇ ਨੰਬਰ ਸੀਨ ਪਏ ਐ, ਹਾਏ ਹਾਏ ਕਿਹੜਾ ਸੀਨ ਕਿਹੜੀ ਫਿਲਮ ਦਾ ਮੈਨੂੰ ਪਤਾ ਹੈ। ਵਾਹ ਹਾਏ 4-5 ਫਿਲਮਾਂ ਬੇਟਾ ਇਕੱਠੀਆਂ ਸ਼ੁਰੂ ਕਰਨਾ ਸਿਰਫ ਹੀਰੇ ਸੁਪਰ ਹਿੱਟ ਦਾ ਹੀ ਕੰਮ ਹੈ। ਓਹ ਇੱਕ ਫਿਲਮ 'ਚ ਗਵਾਚ ਜਾਂਦਾ ਹੀ ਡਾਇਰੈਕਟਰ। ਵਾਹ ਇਹ ਮੇਰੇ ਕੋਲੋਂ ਪੁੱਛ ਤੂੰ ਬੇਟਾ, ਤੂੰ ਆਪ ਡੱਬਾ ਨਾ ਖੋਲਿਆ ਕਰ, ਕਿਧਰੇ ਨਾਗਨ ਫਿਲਮ ਦਾ ਡੱਬਾ ਖੋਲੇ ਤੇ ਉਹਦੇ 'ਚੋਂ ਤੈਨੂੰ ਸੱਪ ਲੜ ਜਾਵੇ। ਹੀਰਾ ਸਾਹਿਬ ਤੋਂ ਬਹੁਤਾ ਕੌਣ ਡੱਬਿਆਂ ਨੂੰ ਜਾਣਦਾ ਹੀ? ਹਾਂ ਇਹ ਤੇ ਫਿਲਮ ਹੀ ਡੱਬਾ ਬਣਾਉਂਦੇ ਨੇ। ਹਾਏ ਹਾਏ ਬੇਟੇ ਫਿਲਮ ਬਣਾ ਕੇ ਡੱਬੇ 'ਚ ਰੱਖਣਾ। ਜੀ ਫਿਲਮ ਸੁਪਰ ਹਿੱਟ ਹੁੰਦੀ ਓ, ਐਵੇਂ ਨਹੀਂ ਤੇਰੇ ਉਸਤਾਦ ਨੂੰ ਹੀਰਾ ਸੁਪਰ ਹਿੱਟ ਕਹਿੰਦੇ। ਸਾਰੀ ਸਾਹਿਬ ਅੱਜ ਤੇ ਤੁਸੀਂ ਈਦ ਮਿਲਨ ਪਾਰਟੀ ਰੱਖੀ ਏ ਤੇ ਅੱਜ ਹੀ ਤੁਸੀਂ ਫਿਲਮ ਦੀਆਂ ਗੱਲਾਂ ਲੈ ਕੇ ਬਹਿ ਗਏ ਹੋ। ਹਾਏ ਕੋਈ ਗੱਲ ਨਹੀਂ ਬੇਟੇ, ਕੋਈ ਗੱਲ ਨਹੀਂ, ਤੁਸੀਂ ਇਸ ਈਦ ਮਿਲਨ ਪਾਰਟੀ ਦੇ ਮੇਜ਼ਬਾਨ ਵੀ ਹੋ, ਮੇਜ਼ਬਾਨ ਵੀ ਹੋ। ਹੀਰਾ ਸਾਹਿਬ ਇਹ ਪਹਿਲੀ ਈਦ ਮਿਲਨ ਪਾਰਟੀ ਹੈ ਜਿਹੜੀ ਈਦੀ ਤੋਂ ਬਗੈਰ ਹੈ। ਹਾਏ ਅੰਸਾਰੀ ਸਾਹਿਬ ਤੇ ਈਦ ਤੋਂ ਪਹਿਲਾਂ ਵੀ ਬਹਾਨਾ ਕਰਕੇ ਨਿਕਲ ਗਏ ਸਨ, ਹਾਂ ਤੇ ਅੱਜ ਵੀ ਮੈਨੂੰ ਲੱਗਦਾ ਇਹਨਾਂ ਦਾ ਈਦ ਦੇਣ ਦਾ ਕੋਈ ਮੂਡ ਨਹੀਂ। ਹਾਏ ਤੁਸੀਂ ਫਿਕਰ ਨਾ ਕਰੋ ਬੇਟਾ ਜੀ, ਈਦੀ ਤੁਹਾਨੂੰ ਮਿਲੇਗੀ। ਅੱਛਾ ਜੀ। ਸਦਕੇ ਲਓ, ਮੈਂ ਕਦੀ ਬੇਟਾ ਆਪਣੇ ਬੱਚਿਆਂ ਨਾਲ ਜ਼ਿਆਦਤੀ ਨਹੀਂ ਕੀਤੀ। ਸਦਕੇ ਜਾਓ। ਈਦੀ ਤੁਹਾਨੂੰ ਮਿਲੇਗੀ, ਨਾਲ ਬਿਹਤਰੀਨ ਖਾਣਾ ਵੀ ਮਿਲੇਗਾ। ਬਸ ਮੇਰਾ ਬੇਟਾ, ਤੁਸੀਂ ਮਹਿਮਾਨਾਂ ਦੇ ਸਾਹਮਣੇ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਬੇਟੇ। ਠੀਕ ਹੈ ਜੀ। ਹੀਰਾ ਸਾਹਿਬ ਚਾਂਦ ਰਾਤ ਨੂੰ ਮੈਂ ਚੀਤੇ ਨੂੰ ਫੁਹਾਰੇ ਦੇ ਉੱਤੇ 300 ਰੁਪਇਆ ਦਿੱਤਾ ਈਦੀ। ਹਾਂ ਜੀ, ਦਿੱਤਾ 300 ਰੁਪਿਆ ਜੀ। ਤੁਸੀਂ 300 ਦੇ ਕੇ ਤੇ ਸਟੂਡੀਓ ਦਾ ਚੱਕਰ ਲਾਇਆ ਅੰਸਾਰੀ ਸਾਹਿਬ ਨੇ, ਤੇ ਆ ਕੇ ਤੇ ਕਹਿੰਦੇ ਚੀਤੇ ਬੇਟੇ ਅੱਜ ਸਿਗਰਟ ਤੇ ਪਿਆ ਆਪਣੇ ਪੱਲਿਓਂ। ਮੈਂ ਫਿਰ ਉਸੇ 300 ਚ 200 ਪੱਲਿਓਂ ਪਾ ਕੇ ਤੇ 500 ਦੀ ਡੱਬੀ ਲਿਆ ਕੇ ਦਿੱਤੀ। ਉਹ ਕਾਕਾ ਸ਼ੁਕਰ ਕਰ ਮੈਂ ਤੈਨੂੰ 300 ਈਦੀ ਦੇਤੀ, ਮੈਂ ਤੇ ਆਪਣੇ ਬੱਚਿਆਂ ਨੂੰ ਈਦੀ ਨਹੀਂ ਦਿੱਤੀ। क्यों जी आपने अपने बच्चों को ईदी क्यों नहीं दी? ਦਰਅਸਲ ਨਵੇਂ ਨੋਟਾਂ ਦੀ ਸ਼ਾਰਟੇਜ ਚੱਲ ਰਹੀ ਹੈ ਨਾ ਅਲੀ ਮੁਮਤਾਜ਼ ਸਾਹਿਬ, हाँ जी ਔਰ ਇਹ ਅਨਸਾਰੀ ਦੀ ਆਦਤ ਜੇ ਇਹ ਦਾਦ ਵੀ ਤੇ ਈਦੀ ਵੀ ਨਵੇਂ ਨੋਟਾਂ ਦੀ ਦਿੰਦਾ ਹੈ। ਦਾਦ ਇਹ ਨਵੇਂ ਨੋਟਾਂ ਨੂੰ ਪੱਖੇ 'ਚ ਮਾਰ ਕੇ ਦਿੰਦਾ ਜੀ, ਔਰ ਈਦੀ ਦੇਣ ਵਾਸਤੇ ਨੋਟਾਂ ਨੂੰ ਰੰਗ ਦੀ ਬਾਜ਼ੀ ਵਾਂਗੂ ਖਿਲਾਰ ਕੇ ਤੇ ਪੇਸ਼ ਕਰਦਾ ਹੈ।